ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਤੇ ਪਦ ਤੀਜਾ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਮਹਾਨ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂ ਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਮਿਹਰ ਕਰਦੇ ਹਨ, ਓਨਾ ਇਨਸਾਨ ਵਿਚਾਰ ਕਰ ਸਕਦਾ ਹੈ, ਓਨਾ ਬੋਲ ਸਕਦਾ ਹੈ, ਓਨਾ ਸੁਣ ਸਕਦਾ ਹੈ। ਸੁਖਮਣੀ ਸਾਹਿਬ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਸੱਚੇ ਪਾਤਸ਼ਾਹ ਨੇ ਕੀਤੀ ਹੈ। 24 ਘੰਟੇ 24 ਅਸ਼ਟਪਦੀਆਂ ਨੂੰ ਦਰਸਾਉਂਦੇ ਹਨ। 8 ਪਹਿਰ ਜਿਹੜਾ ਕਿ ਸਮੇਂ ਨੂੰ ਮਾਪਣ ਦੀ ਇੱਕ ਕਿਰਿਆ ਹੈ, 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ, ਅਤੇ 8 ਭਾਗ ਜਾਣੀ 8 ਪਦ 8 ਪਹਿਰਾਂ ਨੂੰ ਦਰਸਾਉਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰਾਣੀ ਨੂੰ ਵਾਹਿਗੁਰੂ ਦੇ ਨਾਲ ਜੋੜਨ ਦੇ ਲਈ ਇਹ ਵਿਧੀ ਸੌਖੇ ਤਰੀਕੇ ਨਾਲ ਸਮਝਾਈ ਹੈ ਕਿ ਪ੍ਰਾਣੀ ਤੂੰ ਜਿਉਂਦੇ ਜੀ ਮੋਕਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਮਰਨ ਤੋਂ ਬਾਅਦ ਦਾ ਜਿਹੜਾ ਸਵਰਗ ਹੈ ਉਹਨੂੰ ਛੱਡ ਕੇ ਤੂੰ ਜਿਉਂਦੇ ਜੀ ਹੀ ਸਵਰਗ ਦਾ ਭਾਗੀ ਬਣ ਸਕਦਾ ਹੈ ਜੇ ਤੂੰ ਹਰ ਪਲ ਹਰ ਛਿਨ ਆਪਣਾ ਸਫਲਾ ਬਣਾ ਲਵੇ। ਜਦੋਂ ਵੀ ਤੂੰ ਸਵਾਸ ਅੰਦਰ ਖਿੱਚਦਾ ਹੈ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰ, ਜਦੋਂ ਬਾਹਰ ਨਿਕਲਦਾ ਹੈ ਫਿਰ ਵਾਹਿਗੁਰੂ ਦਾ ਸ਼ੁਕਰਾਨਾ ਕਰ। ਇਹ ਇੱਕ ਆਪਣੇ ਆਪ ਹੋਣ ਵਾਲੀ ਕਿਰਿਆ ਹੈ। ਤੈਨੂੰ ਇਹਦੇ ਲਈ ਕੋਈ ਵੱਡਾ ਸੰਘਰਸ਼ ਕਰਨ ਦੀ ਲੋੜ ਨਹੀਂ ਹੈ। ਸਿਰਫ ਤੇ ਸਿਰਫ ਆਪਣੇ ਆਪ ਨੂੰ ਸਮਰਪਣ ਕਰਨ ਦੀ ਤੇਰੀ ਇੱਕ ਕੋਸ਼ਿਸ਼ ਹੈ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਤੂੰ ਮੇਰੇ ਉੱਤੇ ਮਿਹਰ ਰੱਖ। ਗੁਰੂ ਹਮੇਸ਼ਾ ਹੀ ਆਪਣੇ ਸਿੱਖ ਨੂੰ ਗਵਾਚੇ ਹੋਏ ਨੂੰ, ਖੋਏ ਹੋਏ ਨੂੰ ਲੱਭ ਕੇ ਅਕਾਲ ਪੁਰਖ ਨਾਲ ਮਿਲਾਉਂਦਾ ਹੈ। ਗੁਰੂ ਦਾ ਉਹਦੇ ਵਿੱਚ ਕੋਈ ਇੰਟਰਸਟ ਨਹੀਂ ਹੈ, ਕੋਈ ਸਵਾਰਥ ਨਹੀਂ ਹੈ। ਜਿਹੜਾ ਵੀ ਇਸ ਧਰਤੀ 'ਤੇ ਸਵਾਰਥ ਲਈ ਕੰਮ ਕਰਦਾ ਹੈ, ਆਪਣੇ ਲਾਲਚ ਲਈ ਕੰਮ ਕਰਦਾ ਹੈ, ਲੋਕਾਂ ਨੂੰ ਵਾਹਿਗੁਰੂ ਨਾਲ ਮਿਲਾਉਣ ਦਾ ਵਾਅਦਾ ਕਰਦਾ ਹੈ, ਉਹ ਪ੍ਰਾਣੀ ਕੱਚਾ ਹੈ। ਅਕਾਲ ਪੁਰਖ ਕਦੇ ਵੀ ਆਪਣੇ ਪਿਆਰਿਆਂ ਨੂੰ ਮਿਲਾਉਣ ਦੇ ਸਮਰੱਥ ਨਹੀਂ ਕਰਦਾ ਜਿਨ੍ਹਾਂ ਦੇ ਮਨ ਦੇ ਵਿੱਚ ਅਜੇ ਵੀ ਕਪਟ ਛੁਪਿਆ ਹੋਵੇ, ਲੋਭੀ ਹੋਣ, ਲਾਲਚੀ ਹੋਣ। ਸੱਚੇ ਪਾਤਸ਼ਾਹ ਪਿੱਠ ਕਰ ਲੈਂਦੇ ਹਨ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਪ੍ਰਭੂ ਦੀ ਮਹਿਮਾ, ਪ੍ਰਸ਼ੰਸਾ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਪ੍ਰਭੂ ਦਾ ਪ੍ਰਸਾਰ ਰੂਪ ਵਰਣਨ ਕੀਤਾ ਹੈ। ਉਹਦੀਆਂ ਸ਼ਕਤੀਆਂ ਬਾਰੇ ਦੱਸਿਆ ਹੈ ਕਿ ਪ੍ਰਾਣੀ ਤੂੰ ਪਲ ਪਲ ਉਹਦੀ ਮਿਹਰ ਨਾਲ ਜੀ ਰਿਹਾ ਹੈ। ਤੈਨੂੰ ਉਹ ਸੁੱਖ ਦਿੰਦਾ ਹੈ, ਦੁੱਖਾਂ ਵਿੱਚੋਂ ਕੱਢਦਾ ਹੈ, ਪਰ ਤੇਰੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਤੂੰ ਉਹਨੂੰ ਧਿਆਵੇਂ। ਸੱਚੇ ਪਾਤਸ਼ਾਹ ਨੇ ਜਿੱਥੇ ਪ੍ਰਭੂ ਦੀ ਮਹਿਮਾ ਅਪਾਰ ਕੀਤੀ ਹੈ, ਉੱਥੇ ਉਹਦਾ ਭਜਨ ਕਰਨ ਵਾਲਿਆਂ ਨੂੰ ਵੀ ਸਤਿਕਾਰ ਨਾਲ ਨਵਾਜਿਆ ਹੈ। ਉਹਨਾਂ ਨੂੰ ਇੰਨਾ ਪਿਆਰ ਦਿੱਤਾ ਹੈ, ਸਤਿਕਾਰ ਦਿੱਤਾ ਹੈ
ਕਿ ਉਹ ਪ੍ਰਭੂ ਦਾ ਰੂਪ ਹੀ ਬਣ ਜਾਂਦੇ ਹਨ। ਇੱਥੋਂ ਤੱਕ ਗੁਰੂ ਸਾਹਿਬਾਨ ਨੇ ਉਹਨਾਂ ਦੀ ਚਰਨਾਂ ਦੀ ਧੂੜ ਲੋਚੀ ਹੈ ਕਿ ਸੱਚੇ ਪਾਤਸ਼ਾਹ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਜਾਂ ਉਹਨਾਂ ਗੁਰਸਿੱਖਾਂ ਜਿਹੜੇ ਪ੍ਰਭੂ ਦਾ ਨਾਮ ਲੈਂਦੇ ਹਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ, ਜਾਂ ਉਹਨਾਂ ਦੇ ਚਰਨਾਂ ਦੀ ਧੂੜ ਮੈਂ ਘੋਲ ਘੋਲ ਕੇ ਪੀਵਾਂ। ਕਿੰਨਾ ਵੱਡਾ ਸਤਿਕਾਰ ਦਿੱਤਾ ਹੈ ਪਾਤਸ਼ਾਹ ਨੇ ਉਹਨਾਂ ਭਗਤਾਂ ਨੂੰ। ਗੁਰੂ ਪਿਆਰਿਓ, ਜਿੱਥੇ ਅਕਾਲ ਪੁਰਖ ਦੀ ਮਹਿਮਾ, ਭਗਤਾਂ ਦੀ ਪ੍ਰਸ਼ੰਸਾ, ਉੱਥੇ ਜਿਹੜੇ ਚੁਗਲ ਨਿੰਦਕ ਹੈ, ਕਪਟੀ ਲੋਕ ਹੈ, ਉਹਨਾਂ ਬਾਰੇ ਸੱਚੇ ਪਾਤਸ਼ਾਹ ਨੇ ਬਹੁਤ ਹੀ ਸਖਤ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਉਹਨਾਂ ਨੂੰ ਨਾ ਹੋਇਆ ਤੱਕ ਕਿ ਉਹ ਜਿਹੇ ਜਿਹੇ ਇਸ ਧਰਤੀ ਉੱਤੇ ਆਏ, ਜਿਹੇ ਜਿਹੇ ਨਾ ਆਏ। ਉਹਨਾਂ ਦੀ ਅਕਲ ਨੂੰ ਭੇਡ ਦੀ ਅਕਲ ਦੇ ਨਾਲ ਚਿਤਵਿਆ ਹੈ ਕਿ ਉਹ ਪ੍ਰਾਣੀ ਪਸ਼ੂਆਂ ਨਾਲੋਂ ਵੀ ਭੈੜੇ ਹਨ, ਜਿਹੜੇ ਸੌਣਾ ਜਾਣਦੇ ਹਨ, ਖਾਣਾ ਜਾਣਦੇ ਹਨ, ਅਤੇ ਫਿਰ ਸਾਰੇ ਦਾ ਸਾਰਾ ਸਮਾਂ ਪ੍ਰਭੂ ਦੇ ਪਿਆਰਿਆਂ ਨੂੰ ਨਿੰਦਣ ਉੱਤੇ ਲਗਾ ਦਿੰਦੇ ਹਨ। ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਗੰਦਗੀ ਤੋਂ ਗੰਦਗੀ ਖਾਣ ਵਾਲੇ ਕਰਕੇ ਬਿਆਨਿਆ ਹੈ। ਇਸ ਪਦ ਦੇ ਵਿੱਚ ਪਾਤਸ਼ਾਹ ਨੇ ਪ੍ਰੀਤਮ ਪਿਆਰੇ ਅਕਾਲ ਪੁਰਖ ਦੀ ਮਹਿਮਾ ਵਰਣਨ ਕੀਤੀ ਹੈ। ਇੱਕ ਪਾਸੇ ਪਿਆਰਾ ਹੈ, ਪ੍ਰਭੂ ਦਾ ਸਿੱਖ ਹੈ, ਦਲਾਰਾ ਹੈ, ਪ੍ਰਭੂ ਦਾ ਭਗਤ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਿਉ ਮੰਦਰ ਕੋ ਥਾਮੇ ਥੰਮਣ। ਗੁਰੂ ਪਿਆਰਿਓ, ਆਪਾਂ ਆਮ ਤੌਰ 'ਤੇ ਬਿਲਡਿੰਗਾਂ ਦੇਖਦੇ ਹਾਂ, ਵੱਡੀਆਂ ਵੱਡੀਆਂ ਬਿਲਡਿੰਗਾਂ, ਉਹਨਾਂ ਉੱਤੇ ਸਤੀਰ ਪਾਏ ਜਾਂਦੇ ਹਨ, ਵੱਡੇ ਵੱਡੇ ਬੀਮ ਟਿਕਾਏ ਜਾਂਦੇ ਹਨ, ਫਿਰ ਉਹਨਾਂ ਨੂੰ ਸਪੋਰਟ ਦੇਣ ਦੇ ਲਈ ਥੰਮ ਲਗਾਏ ਜਾਂਦੇ ਹਨ। ਵੱਡੇ ਵੱਡੀਆਂ ਹਾਈ ਰਾਈਜ਼ ਬਿਲਡਿੰਗਾਂ ਉੱਤੇ ਵੀ ਇਹੀ ਕਿਰਿਆ ਲਾਗੂ ਹੁੰਦੀ ਹੈ। ਪਿਛਲੇ ਜ਼ਮਾਨਿਆਂ ਦੇ ਵਿੱਚ ਘਰ ਛੋਟੇ ਹੁੰਦੇ ਸਨ ਤੇ ਮਿੱਟੀ ਦੇ ਬਣਾਏ ਹੋਏ ਹੁੰਦੇ ਸਨ। ਉਹਨਾਂ ਦੇ ਵਿੱਚ ਲੱਕੜੀ ਦੇ ਬਣੇ ਹੋਏ ਥੰਮ ਲਗਾ ਦਿੱਤੇ ਜਾਂਦੇ ਸਨ, ਜਿੱਥੇ ਭਾਰ ਛੱਤ ਦਾ ਟਿਕ ਜਾਂਦਾ ਸੀ। ਮੰਦਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਬਿਲਡਿੰਗ ਬਣਾਈ ਜਾਂਦੀ ਸੀ, ਜਿਹੜੀ ਖੁੱਲ੍ਹੀ ਹੋਵੇ, ਪਰ ਥੰਮ ਲਗਾਉਣ ਦੀ ਜ਼ਰੂਰਤ ਉੱਥੇ ਵੀ ਪੈਂਦੀ ਸੀ। ਸੱਚੇ ਪਾਤਸ਼ਾਹ ਨੇ ਬਹੁਤ ਖੂਬਸੂਰਤ ਨਕਸ਼ਾ ਖਿੱਚਿਆ ਹੈ ਸਾਨੂੰ ਸਮਝਾਉਣ ਦੇ ਲਈ। ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ ਕਿ ਜਿਸ ਤਰ੍ਹਾਂ ਇੱਕ ਥੰਮ ਮੰਦਰ ਦੀ ਛੱਤ ਨੂੰ ਥੰਮ ਲੈਂਦਾ ਹੈ, ਸ਼ਕਤੀ ਦਿੰਦਾ ਹੈ, ਡੋਲਣ ਤੋਂ ਬਚਾਉਂਦਾ ਹੈ, ਸਥਾਪਿਤ ਕਰ ਦਿੰਦਾ ਹੈ, ਉਸੇ ਤਰ੍ਹਾਂ ਹੀ ਤਿਉ ਗੁਰ ਕਾ ਸ਼ਬਦ ਮੰਨੇ ਅਸਥੰਭਣ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਜ਼ਿੰਦੜੀ ਨੂੰ ਪੱਕਾ ਆਸਰਾ ਦਿੰਦੀ ਹੈ। ਮੁੜ ਕੇ ਜ਼ਿੰਦਗੀ ਡੋਲਦੀ ਨਹੀਂ, ਪੱਕੇ ਤੌਰ 'ਤੇ ਟਿਕ ਜਾਂਦੀ ਹੈ ਅਕਾਲ ਪੁਰਖ ਦੀ ਬਾਣੀ ਦੇ ਨਾਲ।
ਜਿਉ ਪਖਾਣ ਨਾਮ ਚੜ੍ਹ ਤਰੇ, ਜਿਸ ਤਰ੍ਹਾਂ ਪੱਥਰ ਕੋਈ ਕਿਸ਼ਤੀ ਦੇ ਵਿੱਚ ਲੈ ਕੇ ਬੈਠ ਜਾਵੇ, ਜਾਂ ਕੋਈ ਲੱਕੜੀ ਉੱਤੇ ਰੱਖ ਦੇਵੇ, ਜਿਹੜੀ ਚੀਜ਼ ਤਰਦਾ ਜਾਣਦੀ ਹੈ ਉਹ ਭਾਰੀ ਚੀਜ਼ ਨੂੰ ਪਾਪਾਂ ਦੀ ਭਰੀ ਹੋਈ ਹੋਵੇ ਚਾਹੇ ਤਰਨ ਦੇ ਸਮਰੱਥ ਬਣਾ ਦਿੰਦੀ ਹੈ। ਸੱਚੇ ਪਾਤਸ਼ਾਹ ਨੇ ਉਦਾਹਰਨ ਦਿੱਤੀ ਹੈ ਕਿ ਪੱਥਰ ਭਾਰਾ ਹੈ, ਜੇ ਪੱਥਰ ਨੂੰ ਸੁੱਟਿਆ ਜਾਵੇ ਤਾਂ ਇੱਕ ਛਿੰਨ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ, ਪਰ ਜੇ ਉਸੇ ਪੱਥਰ ਨੂੰ ਲੱਕੜੀ ਆਦਿ ਦੀ ਬਣੀ ਹੋਈ ਕਿਸ਼ਤੀ ਜਿਹੜੀ ਪ੍ਰਾਣੀਆਂ ਨੂੰ ਪਾਰ ਕਰਦੀ ਹੈ ਉਹਦੇ ਵਿੱਚ ਟਿਕਾ ਦਿੱਤਾ ਜਾਵੇ ਤਾਂ ਬਿਲਕੁਲ ਤਰ ਜਾਵੇਗੀ, ਦੂਸਰੇ ਪਾਸੇ ਪੱਥਰ ਚਲੇ ਜਾਵੇਗਾ। ਕਿਉਂਕਿ ਤਰਨੇ ਵਾਲਾ ਡੁੱਬਣ ਵਾਲੇ ਨੂੰ ਬਚਾਉਂਦਾ ਹੈ। ਪ੍ਰਾਣੀ ਗੁਰਚਰਨ ਲਗਤ ਨਿਸਤਰੈ, ਜਿਹੜਾ ਪ੍ਰਾਣੀ ਫਸ ਚੁੱਕਿਆ ਮਾਇਆ ਦੇ ਲੋਭ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਚਾਰੇ ਪਾਸਿਓਂ ਘਿਰਿਆ ਹੋਇਆ ਹੈ, ਉਹਨੂੰ ਕੋਈ ਗੁਰੂ ਦਾ ਪਿਆਰਾ ਮਿਲ ਜਾਵੇ, ਰਾਹ ਦਿਖਾਉਣ ਵਾਲਾ ਲੱਭ ਜਾਵੇ ਤਾਂ ਉਹ ਤਰ ਜਾਂਦਾ ਹੈ। ਉਸ ਪੈਰਾਂ ਦਾ ਸਤਿਕਾਰ ਕਰੇ ਜਿਹੜੇ ਉਸ ਜਗ੍ਹਾ ਦਾ ਰਸਤਾ ਜਾਣਦੇ ਹਨ, ਗੁਰੂ ਦੇ ਚਰਨਾਂ ਵੱਲ ਧਿਆਨ ਕਰੇ ਤਾਂ ਗੁਰੂ ਸਮਰੱਥ ਸੁਆਮੀ ਉਹਨੂੰ ਡੋਲਣ ਨਹੀਂ ਦੇਵੇਗਾ, ਭਵਜਲ ਸਾਗਰ ਦੇ ਵਿੱਚੋਂ ਪਾਰ ਲਗਾ ਦੇਵੇਗਾ, ਨਿਸਤਰੇ ਪਾਰ ਉਤਰ ਜਾਂਦਾ ਹੈ। ਜਿਉ ਅੰਧਕਾਰ ਦੀਪਕ ਪ੍ਰਗਾਸ਼, ਜਿਵੇਂ ਬਹੁਤ ਹਨੇਰਾ ਹੋਵੇ, ਕੁਝ ਨਜ਼ਰ ਨਾ ਆਉਂਦਾ ਹੋਵੇ, ਪ੍ਰਾਣੀ ਦੀਆਂ ਅੱਖਾਂ ਅਸਮਰਥ ਹਨ ਦੇਖਣ ਦੇ ਲਈ, ਉੱਥੇ ਥੋੜ੍ਹੀ ਜਿੰਨੀ ਰੌਸ਼ਨੀ ਜਗਾ ਦਿੱਤੀ ਜਾਵੇ ਤਾਂ ਚਾਨਣ ਹਨੇਰੇ ਦਾ ਬੈਰੀ ਹੈ, ਹਨੇਰੇ ਨੂੰ ਖਤਮ ਕਰ ਦਿੰਦਾ ਹੈ, ਹਨੇਰੇ ਦੀ ਹੋਂਦ ਮੁੱਕ ਜਾਂਦੀ ਹੈ। ਇਸੇ ਤਰ੍ਹਾਂ ਗੁਰਦਰਸ਼ਨ ਦੇਖ ਮਨ ਹੋਏ ਵਿਗਾਸੁ, ਗੁਰੂ ਦੇ ਚਰਨਾਂ ਨਾਲ ਲੱਗ ਕੇ, ਗੁਰੂ ਦੇ ਦਿਦਾਰੇ ਕਰਕੇ, ਆਪਣੇ ਪਿਆਰੇ ਨੂੰ ਤੱਕ ਕੇ ਜਿਹੜੀ ਆਤਮਾ ਬੈਠੀ ਹੈ ਸਰੀਰ ਦੇ ਵਿੱਚ ਉਹ ਤਰ ਜਾਂਦੀ ਹੈ, ਗਦ ਗਦ ਹੋ ਜਾਂਦੀ ਹੈ। ਅੱਗੇ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਿਉ ਮਾਹਾ ਉਦਿਆਨ ਮੈਂ ਮਾਰਗ ਪਾਵੈ, ਜੰਗਲ ਹੈ, ਰਾਤ ਦਾ ਹਨੇਰਾ ਹੈ, ਸਾਰੇ ਪਾਸੇ ਇੱਕੋ ਜਿਹਾ ਜੰਗਲ ਲੱਗ ਰਿਹਾ ਹੈ, ਦਿਸ਼ਾਵਾਂ ਦਾ ਵੀ ਅੰਦਾਜ਼ਾ ਨਹੀਂ ਹੋ ਸਕਦਾ, ਹਨੇਰਾ ਕੁੱਪ ਹੈ, ਜੰਗਲ ਹੈ, ਕਿਵੇਂ ਪ੍ਰਾਣੀ ਨੂੰ ਰਸਤਾ ਲੱਭੇ? ਪ੍ਰਾਣੀ ਗਵਾਚ ਚੁੱਕਿਆ ਹੈ, ਅੰਦਾਜ਼ਾ ਵੀ ਨਹੀਂ ਕਿਸ ਦਿਸ਼ਾ ਨੂੰ ਜਾਵਾਂ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਇਨਸਾਨ ਗਵਾਚ ਜਾਂਦਾ ਹੈ, ਉਹਨੂੰ ਪਤਾ ਨਹੀਂ ਚੱਲਦਾ ਮੈਂ ਕਿੱਧਰ ਨੂੰ ਜਾਵਾਂ। ਉਸ ਜੰਗਲ ਦੇ ਵਿੱਚ ਗਵਾਚੇ ਹੋਏ ਪ੍ਰਾਣੀ ਨੂੰ ਬੀਆਬਾਦ ਦੇ ਅੰਦਰ ਖੋਏ ਹੋਏ ਮਿਸਟਰ ਹਿਊਮਨ ਬੀਇੰਗ ਨੂੰ ਜੇ ਕੋਈ ਪਿਆਰਾ ਮਿਲ ਜਾਵੇ, ਉਹ ਰਸਤਾ ਦਿਖਾ ਦੇਵੇ
ਤਾਂ ਉਹ ਆਪਣਾ ਰਾਹ ਲੱਭ ਸਕਦਾ ਹੈ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਵੱਡੇ ਸਾਰੇ ਜੰਗਲ ਦੇ ਵਿੱਚ ਘਿਰਿਆ ਹੋਇਆ ਮਨੁੱਖ ਕਿਸੇ ਪਿਆਰੇ ਦੀ ਸਹਾਇਤਾ ਨਾਲ ਮਾਰਗ ਲੱਭ ਸਕਦਾ ਹੈ। ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਜਿਸ ਤਰ੍ਹਾਂ ਜੰਗਲ ਦੇ ਵਿੱਚ ਪ੍ਰਾਣੀ ਖੋ ਜਾਂਦਾ ਹੈ, ਹਨੇਰੇ ਦੇ ਵਿੱਚ ਗਵਾਚ ਜਾਂਦਾ ਹੈ, ਉਸੇ ਤਰ੍ਹਾਂ ਹੀ ਮਿਲੇ ਹੋਏ ਨੂੰ ਮਿਲ ਕੇ ਜਿਹਨੇ ਉਹ ਪਾਇਆ ਹੋਇਆ ਉਹਨੂੰ ਸੰਗਤ ਦੇ ਵਿੱਚ ਲਿਆ ਕੇ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰ ਦਿੰਦੇ ਹਨ ਕਿ ਉਹਦੇ ਅੰਦਰ ਇੱਕ ਹਮੇਸ਼ਾ ਲੱਭਣ ਵਾਲੀ ਸ਼ਕਤੀ ਪੈਦਾ ਹੋ ਜਾਂਦੀ ਹੈ। ਹੁਣ ਉਹ ਆਪ ਤਾਂ ਕੀ ਗਵਾਚਣਾ ਹੈ, ਗੁਰੂ ਦਾ ਪਿਆਰਾ ਆਪਣੇ ਆਪ ਨੂੰ ਸਮਰਪਣ ਕਰ ਚੁੱਕਿਆ ਹੈ। ਉਹਦੇ ਲਈ ਹੋਰ ਕੁਝ ਵੀ ਨਹੀਂ। 24 ਘੰਟੇ 13 ਮੇਰਾ ਤਿਆਗ ਦਿੱਤਾ ਉਹਨੇ। ਤੂੰ ਹੀ ਮੂਹੀ ਦਾ ਖਹਿੜਾ ਛੱਡ ਦਿੱਤਾ। ਹਰ ਪਾਸੇ ਉਹਨੂੰ ਪ੍ਰੀਤਮ ਨਜ਼ਰ ਆਉਂਦਾ ਹੈ। ਫਿਰ ਉਹਨੇ ਗਵਾਚਣਾ ਕਦੋਂ ਤੇ ਕਾਹਦੇ ਲਈ? ਇਹ ਕਿਰਪਾ ਉਹਦੇ ਉੱਤੇ ਤਦ ਹੋਈ ਹੈ ਕਿ ਸਾਧੂਆਂ ਦਾ ਸੰਗ, ਗੁਰੂ ਨੂੰ ਪਿਆਰ ਕਰਨ ਵਾਲਿਆਂ ਦੀ ਸੁਸਾਇਟੀ ਉਹਨੂੰ ਭੋਲੇ ਨੂੰ ਮਿਲ ਗਈ ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਉਹਦੀ ਹੋਂਦ ਦੁਨੀਆ ਦੇ ਵਿੱਚ ਉਜਾਗਰ ਹੋ ਜਾਂਦੀ ਹੈ। ਜਿਹੜਾ ਸਾਧੂਆਂ ਦਾ ਸੰਗੀ ਬਣ ਜਾਂਦਾ ਹੈ, ਛੁਪਿਆ ਭਗਤ ਨਹੀਂ ਰਹਿੰਦਾ। ਪ੍ਰਭੂ ਉਜਾਗਰ ਉਹਨੂੰ ਕਰ ਦਿੰਦਾ ਹੈ। ਜੇ ਉਹਨੇ ਪਹਿਲਾਂ ਹੀ ਪ੍ਰਾਪਤੀ ਕਰ ਲਈ, ਸੰਗ ਸਾਧੂਆਂ ਦਾ ਕਰਕੇ ਇਸ਼ਨਾਨ ਕਰਨ ਲੱਗ ਪਿਆ, ਤਾਂ ਵਸ਼ ਹੀ ਪਿਆਰੇ ਦੇ ਚਰਨਾਂ ਦੇ ਵਿੱਚ ਪਿਆ ਉਹਦੇ ਰੂਹਾਨੀ ਗੀਤ ਗਾ ਰਿਹਾ ਹੈ। ਤਿੰਨ ਸੰਤਨ ਕੀ ਵਾਛੂ ਧੂਰ, ਮੈਂ ਉਹਨਾਂ ਸੰਤਾਂ ਦੀ ਧੂਰ ਨੂੰ ਮੱਥੇ ਉੱਤੇ ਲਾਉਂਦਾ ਹਾਂ। ਨਾਨਕ ਕੀ ਹਰ ਲੋਚਾ ਪੂਰ, ਕਿਉਂਕਿ ਉਹਨਾਂ ਨੇ ਨਾਨਕ ਦੀ ਸਾਰੀ ਗੱਲ ਮੰਨ ਕੇ ਉਹਦੀ ਅੰਦਰਲੀ ਚਾਹਤ ਨੂੰ ਪਛਾਣ ਕੇ ਪ੍ਰੀਤਮ ਪਿਆਰੇ ਦੇ ਚਰਨ ਪਕੜ ਲਏ ਹਨ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਪੱਥਰ ਦੀ ਉਦਾਹਰਨ ਦੇ ਕੇ ਸਮਝਾ ਰਹੇ ਹਨ ਕਿ ਭਾਰੇ ਪੱਥਰ ਨੂੰ ਹੌਲੀ ਤਰਨੇ ਵਾਲੀ ਚੀਜ਼ ਬਚਾ ਸਕਦੀ ਹੈ। ਇਸੇ ਤਰ੍ਹਾਂ ਇਨਸਾਨ ਗੁਰੂ ਦੇ ਚਰਨਾਂ ਨੂੰ ਲੱਗ ਕੇ ਪਿਆਰ ਕਰਕੇ ਇਸ ਦੁਨੀਆ ਦੇ ਸਾਗਰ ਨੂੰ ਪਾਰ ਉਤਰ ਸਕਦਾ ਹੈ। ਉਹਦਾ ਪਾਰ ਤਾਰਾ ਹੋ ਸਕਦਾ ਹੈ। ਅੰਧੇਰੇ ਨੂੰ ਦੀਪਕ ਪ੍ਰਕਾਸ਼ ਦੇ ਵਿੱਚ ਬਦਲ ਸਕਦਾ ਹੈ। ਗੁਰੂ ਦੇ ਦਰਸ਼ਨਾਂ ਦੇ ਨਾਲ ਬੁਝੀ ਤੇ ਦੁਖੀ ਆਤਮਾ ਫੁੱਲ ਵਾਂਗੂ ਖਿੜ ਜਾਂਦੀ ਹੈ। ਜੰਗਲ ਦੇ ਵਿੱਚ ਖੋਇਆ ਹੋਇਆ ਪ੍ਰਾਣੀ ਕਿਸੇ ਤੋਂ ਆਸਰਾ ਲੈ ਕੇ ਰਾਹ ਲੱਭ ਸਕਦਾ ਹੈ ਤੇ ਤਰ ਸਕਦਾ ਹੈ। ਇਸੇ ਤਰ੍ਹਾਂ ਹੀ ਕਿਸੇ ਗੁਰੂ ਦੇ ਪਿਆਰੇ ਨੂੰ ਮਿਲ ਕੇ, ਮਿਲੇ ਹੋਏ ਨੂੰ ਮਿਲ ਕੇ ਤਾਂ ਜੋਤ ਉਹਦੀ ਚਮਕ ਆਉਂਦੀ ਹੈ। ਉਹਦੇ ਚਿਹਰੇ ਉੱਤੇ ਨੂਰ ਆ ਜਾਂਦਾ ਹੈ। ਉਹ ਗੁਰੂ ਦਾ ਪਿਆਰਾ ਬਣ ਜਾਂਦਾ ਹੈ।
ਤਿਨ ਸੰਤਨ ਕੀ ਬਾਛੂ ਧੂਰ, ਨਾਨਕ ਕੀ ਹਰ ਲੋਚਾ ਪੂਰ। ਗੁਰੂ ਪਿਆਰਿਓ, ਸਾਰੀ ਦੀ ਸਾਰੀ ਗੁਰਬਾਣੀ ਮਾਇਆ ਨੂੰ ਖਤਮ ਕਰਨ ਦਾ ਤਰੀਕਾ ਸਮਝਾਉਂਦੀ ਹੈ। ਇਨਸਾਨ ਦੀ ਸਭ ਤੋਂ ਵੱਡੀ ਬਿਮਾਰੀ ਤਨ ਦੀ ਹੋਵੇ, ਮਨ ਦੀ ਹੋਵੇ, ਉਹ ਤੋਂ ਭਿਆਨਕ ਬਿਮਾਰੀ ਮੈਂ ਦੀ ਬਿਮਾਰੀ ਹੈ, ਹੰਕਾਰ ਦੀ ਹੈ। ਜੇ ਇਨਸਾਨ ਆਪਣਾ ਨਾ ਮੰਨੇ, ਕਰਨ ਤੇ ਕਰਾਉਣ ਵਾਲੇ ਨੂੰ ਸੌਂਪ ਦੇਵੇ ਤੇ ਆਪ ਇੱਕ ਦਰਸ਼ਕ ਹੋ ਕੇ ਜੀਵਨ ਜੀਵੇ, ਦਰਸ਼ਕ ਬਣ ਕੇ, ਉਹਦੇ ਵਿੱਚ ਆਪ ਦਾ ਰੋਲ ਕੁਝ ਵੀ ਨਾ ਮੰਨੇ, ਤਾਂ ਵਸ਼ ਹੀ ਨਾਨਕ ਦੀ ਦਿੱਤੀ ਹੋਈ ਵਿਧੀ ਇਨਸਾਨ ਨੂੰ ਪਾਰ ਉਤਾਰ ਦਿੰਦੀ ਹੈ। ਜਿਸ ਤਰ੍ਹਾਂ ਪੰਜਵੇਂ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਤਿਨ ਸੰਤਨ ਕੀ ਬਾਛੂ ਧੂਰ, ਮੈਂ ਉਹਨਾਂ ਸੰਤਾਂ, ਉਹਨਾਂ ਸਾਧੂਆਂ ਨੂੰ ਨਮਸਕਾਰ ਕਰਦਾ ਹਾਂ ਜਿਨ੍ਹਾਂ ਨੇ ਪ੍ਰੀਤਮ ਪਿਆਰੇ ਨੂੰ ਭਗਤੀ ਦੇ ਨਾਲ ਪਾ ਲਿਆ ਹੈ। ਮੇਰੇ ਦਿਲ ਦੇ ਵਿੱਚ ਤਮੰਨਾ ਹੈ ਕਿ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ ਤੇ ਆਪਣੇ ਮਸਤਕ ਨੂੰ ਲਗਾਵਾਂ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਇਸ ਨਾਲ ਮੇਰੇ ਮਨ ਦੀ ਅਵਸਥਾ ਬਦਲ ਜਾਵੇਗੀ। ਮੈਂ ਜਿਹੜਾ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਹਾਂ, ਮੇਰਾ ਉਹਦੇ ਵਿੱਚੋਂ ਛੁਟਕਾਰਾ ਹੋ ਜਾਵੇਗਾ ਤੇ ਮੈਂ ਪਾਰ ਤਰ ਜਾਵਾਂਗਾ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਜਿਹੜੇ ਭਗਤ ਜਨ ਹੈ, ਜਿਨ੍ਹਾਂ ਨੇ ਉਹਨੂੰ ਪ੍ਰਾਪਤ ਕਰ ਲਿਆ ਹੈ, ਅੱਜ ਦੇ ਜ਼ਮਾਨੇ ਦੇ ਵਿੱਚ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਉਹ ਜ਼ਿਆਦਾ ਹਨ। ਜਿਹੜੇ ਦੱਸਣ ਵਾਲੇ ਹਨ, ਜਿਨ੍ਹਾਂ ਨੂੰ ਮਿਲਿਆ ਨਹੀਂ ਹੈ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਮਾਰਗ ਥੋੜ੍ਹੇ ਹਨ, ਕੁਮਾਰਗ ਬਹੁਤ ਹਨ। ਇਸੇ ਤਰ੍ਹਾਂ ਹੀ ਸੰਤ ਥੋੜ੍ਹੇ ਹਨ, ਆ ਸੰਤ ਜ਼ਿਆਦਾ ਹਨ। ਸੰਤ ਤਾਂ ਬੋਲਦੇ ਨਹੀਂ, ਛੁਪ ਕੇ ਰਹਿੰਦੇ ਹਨ। ਉਹਨਾਂ ਨੂੰ ਕੀ ਲੋੜ ਹੈ ਦੱਸਣ ਦੀ ਕਿ ਉਹਨਾਂ ਨੂੰ ਪਿਆਰਾ ਮਿਲ ਗਿਆ। ਪਰ ਜਿਹੜੇ ਆ ਸੰਤ ਹਨ, ਜਿਨ੍ਹਾਂ ਨੇ ਝੂਠ ਦਾ ਪ੍ਰਚਾਰ ਕਰਨਾ ਹੈ, ਲੋਕਾਂ ਤੋਂ ਪਦਾਰਥ ਲੁੱਟਣਾ ਹੈ, ਸੰਗਤ ਨੂੰ ਬੇਵਕੂਫ ਬਣਾਉਣਾ ਹੈ, ਉਹ ਆਪਣੀਆਂ ਦੁਕਾਨਾਂ ਨੂੰ ਸਜਾ ਕੇ ਬੈਠੇ ਹਨ। ਲਿਪਾ ਪੋਚੀ ਰੋਜ਼ ਕਰਦੇ ਹਨ ਤੇ ਗਾਹਕਾਂ ਨੂੰ ਉਡੀਕਦੇ ਹਨ। ਇਸ ਤਰ੍ਹਾਂ ਦੇ ਆ ਸੰਤ ਲੋਕ ਸਾਰੇ ਧਰਮਾਂ ਦੇ ਵਿੱਚ ਮੌਜੂਦ ਹਨ ਤੇ ਉਹਨਾਂ ਦਾ ਬੜਾ ਧੰਦਾ ਜਿਹੜਾ ਉਹ ਪਬਲਿਕ ਨੂੰ, ਲਕਾਈ ਨੂੰ ਸ਼ੋਸ਼ਣ ਕਰਨਾ ਹੀ ਹੈ। ਸੱਚੇ ਪਾਤਸ਼ਾਹ ਉਹਨਾਂ ਨੂੰ ਚੁਗਲ, ਨਿੰਦਕ, ਮਨਮੁਖ ਕਰਕੇ ਸੰਬੋਧਨ ਕਰਦੇ ਹਨ ਕਿ ਉਹਨਾਂ ਦਾ ਭਲਾ ਕਦੇ ਵੀ ਨਹੀਂ ਹੋ ਸਕਦਾ। ਪਰ ਇੱਕ ਸਧਾਰਨ ਵਿਅਕਤੀ
ਜਿਹੜਾ ਇਸ ਚੱਕਰ 'ਚ ਨਹੀਂ ਪਿਆ, ਨਾ ਸੰਤ ਹੈ ਨਾ ਆਸੰਤ ਹੈ, ਸਿਰਫ ਪ੍ਰਭੂ ਤੋਂ ਡਰਦਾ ਹੈ, ਕੰਮ ਕਰਨ ਵਾਲਾ ਹੈ, ਰੋਜੀ ਰੋਟੀ ਵੱਲ ਧਿਆਨ ਹੈ, ਆਪਣੇ ਪਰਿਵਾਰ ਨੂੰ ਪਾਲਦਾ ਹੈ, ਸਬਰ ਸੰਤੋਖ ਉੱਥੇ ਟਿਕਿਆ ਹੋਇਆ ਮਨ ਹੈ, ਉਸ ਦੇ ਲਈ ਸੱਚੇ ਪਾਤਸ਼ਾਹ ਪਿਆਰ ਦੇ ਨਾਲ ਸਮਝਾਉਂਦੇ ਹਨ, ਪਿਆਰਿਆ, ਜਿਵੇਂ ਥੰਮ ਹੈ ਮੰਦਰ ਦੇ ਅੰਦਰ ਟਿਕਾਇਆ ਗਿਆ, ਉਹ ਸਾਰੀ ਦੀ ਸਾਰੀ ਸ਼ਕਤੀ ਦੇ ਨਾਲ ਬਿਲਡਿੰਗ ਨੂੰ ਮਜ਼ਬੂਤ ਬਣਾਉਂਦਾ ਹੈ, ਛੱਤ ਨੂੰ ਥੰਮ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਤੈਨੂੰ ਤਾਰ ਦੇਵੇਗਾ। ਜੇ ਉਹ ਪਖਾਣ ਨਾਮ ਚੜ੍ਹ ਤਰੇ, ਪੱਥਰ ਦੀ ਉਦਾਹਰਨ ਦਿੱਤੀ ਹੈ ਪ੍ਰੀਤਮ ਪਿਆਰੇ ਨੇ ਕਿ ਕਿਸ਼ਤੀ ਉੱਤੇ ਚੜ੍ਹ ਕੇ ਤਰ ਜਾਂਦੀ ਹੈ। ਇਸੇ ਤਰ੍ਹਾਂ ਪ੍ਰਾਣੀ ਗੁਰੂ ਪਿਆਰੇ ਦੇ ਚਰਨਾਂ 'ਚ ਲੱਗ ਕੇ ਤਰ ਜਾਂਦਾ ਹੈ, ਪਾਰ ਲੱਗ ਜਾਂਦਾ ਹੈ, ਹਨੇਰੇ ਨੂੰ ਦੀਪਕ ਦੂਰ ਕਰਦਾ ਹੈ, ਪ੍ਰਕਾਸ਼ ਕਰਦਾ ਹੈ। ਗੁਰੂ ਦੇ ਦਰਸ਼ਨ ਕਰਕੇ ਪ੍ਰਾਣੀ ਆਪਣੇ ਮਨ ਨੂੰ ਪ੍ਰਕਾਸ਼ ਕਰਦਾ ਹੈ। ਜੰਗਲ ਬੀਆਬਾਨ ਦੇ ਵਿੱਚ ਖੋਇਆ ਹੋਇਆ ਇਨਸਾਨ, ਗਵਾਚਿਆ ਹੋਇਆ ਪ੍ਰਾਣੀ ਕਿਸੇ ਰਾਹਗੀਰ ਦੀ ਸਹਾਇਤਾ ਲੈ ਕੇ ਮਾਰਗ ਦੇ ਵਿੱਚ ਪੈ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਦੇ ਵਿੱਚ ਜੇ ਕੋਈ ਗੁਰੂ ਦਾ ਪਿਆਰਾ ਮਿਲ ਜਾਵੇ ਤਾਂ ਉਹਦੇ ਸੰਗ ਦੇ ਨਾਲ ਉਹਦੇ ਨੂਰ ਦੇ ਵਿੱਚ ਚਮਕ ਪੈਂਦਾ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਦਰਵੇਸ਼ਾਂ ਦਾ ਮਾਣ ਸਤਿਕਾਰ ਬਹੁਤ ਕੀਤਾ ਹੈ, ਉਹਨਾਂ ਨੂੰ ਉੱਚੇ ਚੁੱਕਿਆ ਹੈ। ਉਹਨਾਂ ਦੇ ਚਰਨਾਂ ਦੀ ਧੂੜ ਜੇ ਮਿਲ ਜਾਵੇ ਤਾਂ ਉਹ ਇੱਕ ਸਧਾਰਨ ਪ੍ਰਾਣੀ ਦੇ ਪਾਪਾਂ ਨੂੰ ਬਖਸ਼ ਦੇਣ ਦੇ ਸਮਰੱਥ ਹੈ। ਉਹਨਾਂ ਨੂੰ ਪ੍ਰਭੂ ਦੇ ਚਰਨਾਂ ਦੀ ਖੁਸ਼ੀ ਪ੍ਰਦਾਨ ਕਰਨ ਦੇ ਵਿੱਚ ਸਮਰੱਥ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਮੈਂ ਦਿਨ ਰਾਤ ਉਹਨਾਂ ਪ੍ਰਾਣੀਆਂ ਦੀ, ਉਹਨਾਂ ਭਗਤਾਂ ਦੀ ਚਰਨਾਂ ਦੀ ਡਸਟ ਆਫ ਦੇਅਰ ਫੀਟ ਲੋਚਦਾ ਹਾਂ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਮਿਹਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਇਸੇ ਪਦ ਨੂੰ ਵਿਚਾਰ ਲਈਏ, ਜੇ ਉਹ ਮੰਦਰ ਕੋ ਥਾਮੇ ਥੰਮਣ, ਐਜ਼ ਏ ਪਿਲਰ ਸਪੋਰਟਸ ਏ ਪੈਲਸ, ਤੇ ਉਹ ਗੁਰ ਕਾ ਸ਼ਬਦ ਬਨੇ ਅਸਥੰਭਣ। Similarly, the word of the Guru supports the soul. Same strength like pillar give to the roof of the palace, of the temple. Same way, one shabad, one sentence of Guru gives so much power to the soul. ਜੇ ਉਹ ਪਖਾਣ ਨਾਮ ਚੜ੍ਹ ਤਰੇ, as a stone floats when you put into a boat, ਪ੍ਰਾਣੀ ਗੁਰ ਚੜ੍ਹਨ ਲੱਗਤ ਨਿਸਤਰੇ। Same way, human being can cross the river of Trishna, stress, with Guru's Shabad. Stone is heavy. Same way the mind of
materialistic man is loaded with bodies. Both are going to cross the river of this painful journey. One with the boat. Stone can cross the river with the boat. Same way, prani loaded with filthy maya, dirty material, can cross the river of this Kali Yuga with Guru's feet support. ਜਿਉ ਅੰਧਕਾਰ ਦੀਪਕ ਪ੍ਰਕਾਸ਼, as a lamp, small candle, small light gives and darkness gone. ਜਿਉ ਅੰਧਕਾਰ ਦੀਪਕ ਪ੍ਰਕਾਸ਼, small light makes dark go away. Same way, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ. When you feel the feeling of Almighty in your innerness, then your whole body blooms. Your soul is blooming, same like flowers do with Guru's light. जो महा उद्यान में मार्ग पावे, lost person in a dense jungle, no way out, cannot find even the directions. Whole jungle look alike, but somebody living there knows the ways out, can help this stranger, can help this lost man. Then this man can come out of jungle. This man can find the way out. Teo sadhu sang mil jot pragatave. Same way as a lost man, regular Mr. Human Being, regular human can join the company of saints, can start meditating in their group. Suddenly he is saved. His innerness is enlightened. Change everything. Then santan ki vachu tur. I am looking the dust of those saints. Nanak ki har locha poor. Nanak, all your desires are fulfilled with the dust of those sadhus, dust of those saints, because they knew the way. They definitely can help you to go other side, make the journey successful. Guru ਪਿਆਰਿਓ, ਇਨਸਾਨ ਜੀਵਨ ਜੀਂਦਾ ਦੁਨੀਆ ਦਾ ਇੱਕ ਹਿੱਸਾ ਬਣ ਕੇ, ਇਸ ਨਾਟਕ ਦਾ ਇੱਕ ਪਾਤਰ ਬਣ ਕੇ, ਪ੍ਰਭੂ ਦਾ ਨਚਾਇਆ ਹੋਇਆ ਨੱਚਦਾ, ਮਾਇਆ ਦਾ ਭਰਮਾਇਆ ਹੋਇਆ ਟੱਪਦਾ, ਆਪਣੇ ਆਪ ਨੂੰ ਨਹੀਂ ਤੱਕਦਾ, ਸਾਰੀ ਦੁਨੀਆ ਨੂੰ ਦੇਖਦਾ, ਦੇਖ ਦੇਖ ਕੇ ਨਕਲ ਕਰਦਾ, ਜਿੰਨੇ ਫਸੇ ਹੋਏ ਆ ਉਹਨਾਂ ਦੇ ਨਾਲ ਹੀ ਫਸ ਜਾਂਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਇਸ ਥਿਊਰੀ ਨੂੰ, ਇਸ ਡੈਫੀਨੇਸ਼ਨ ਨੂੰ ਉਲਾਦਦੇ ਹਨ, ਝੂਠ ਮੰਨਦੇ ਹਨ। ਉਸੇ ਹੀ ਪ੍ਰਾਣੀ ਨੂੰ ਮਾਇਆ ਵੱਲ ਦੇਖਣ ਦੇ ਲਈ ਨਹੀਂ,
ਉਹਦੇ ਭਗਤਾਂ ਵੱਲ ਜਾਣ ਲਈ ਉਹਨੂੰ ਸਮਝਾਉਂਦੇ ਹਨ ਕਿ ਯੂ ਆਰ ਨਾਟ ਲੇਟ, ਯੂ ਨੈਵਰ ਲੇਟ। ਤੂੰ ਕਦੇ ਲੇਟ ਹੋ ਹੀ ਨਹੀਂ ਸਕਦਾ, ਕਿਉਂਕਿ ਤੈਨੂੰ ਲੱਭਣ ਵਾਲਾ ਤੇਰੀ ਇੰਤਜ਼ਾਰ ਕਰ ਰਿਹਾ, ਤੈਨੂੰ ਭਾਲ ਰਿਹਾ। ਉਹਦੇ ਲਈ ਤੂੰ ਖੋਇਆ ਨਹੀਂ ਹੈ। ਭੋਲਿਆ, ਤੂੰ ਗਵਾਚਣ ਵਾਲੀ ਸ਼ੈ ਹੈ ਹੀ ਨਹੀਂ। ਤੂੰ ਦੁਨੀਆ ਦੀ ਨਜ਼ਰ ਦੇ ਵਿੱਚ ਗਵਾਚ ਸਕਦਾ ਹੈ, ਤੂੰ ਲੋਕਾਂ ਦੀ ਨਜ਼ਰ ਦੇ ਵਿੱਚ ਖੋਜ ਸਕਦਾ ਹੈ, ਪਰ ਪ੍ਰਭੂ ਨੂੰ ਤਾਂ ਤੇਰੇ ਸਾਰੇ ਠਿਕਾਣਿਆਂ ਦਾ ਪਤਾ ਹੈ, ਕਿਉਂਕਿ ਉਹ ਤਾਂ ਤੇਰੇ ਨਾਲ ਹਰ ਵਕਤ ਰਹਿੰਦਾ ਹੀ ਹੈ, ਤੇਰਾ ਸਾਥੀ ਹੀ ਹੈ। ਤੈਨੂੰ ਤੇਰੀਆਂ ਆਦਤਾਂ, ਤੈਨੂੰ ਤੇਰੀਆਂ ਹੈਬਿਟਸ ਬਦਲਣ ਦੇ ਲਈ ਅਪਾਰ ਕਿਰਪਾ ਕਰਦਾ ਹੈ। ਤੈਨੂੰ ਸਮਝਾਉਂਦਾ ਹੈ, ਉਸ ਤਰ੍ਹਾਂ ਹੀ ਜਿਵੇਂ ਮਾਂ ਆਪਣੇ ਬੱਚੇ ਨੂੰ ਦੁਨੀਆਦਾਰੀ ਸਿਖਾਉਂਦੀ ਹੈ, ਦੁਨੀਆ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਦੁਨੀਆ ਬੜੀ ਸਵਾਰਥੀ ਹੈ, ਆਪਣੇ ਬੱਚੇ ਨੂੰ ਬਾਰ-ਬਾਰ ਦੱਸਦੀ ਹੈ, ਇਹ ਤਰਸ ਨਹੀਂ ਕਰਦੀ, ਇਹ ਠੱਗ ਲੈਂਦੀ ਹੈ, ਤੂੰ ਛੋਟਾ ਬਾਲ ਹੈ, ਬਚ ਕੇ ਰਹੀ। ਚਾਰੇ ਪਾਸੇ ਠਗਵਾੜੇ ਫਿਰਦੇ ਹਨ। ਬੱਚਾ ਸਿਰ ਤਾਂ ਮਾਰੀ ਜਾਂਦਾ ਹੈ, ਪਰ ਕਈ ਵਾਰੀ ਅੱਕ ਜਾਂਦਾ ਹੈ ਕਿ ਮਾਂ ਤੂੰ ਕੀ ਕਹਿੰਦੀ ਹੈ। ਪਰ ਪ੍ਰਭੂ ਜਦੋਂ ਸਾਨੂੰ ਸਮਝਾਉਂਦਾ ਹੈ, ਉਹ ਅੱਕਦਾ ਨਹੀਂ ਹੈ। ਸਮਝਾਉਂਦਾ ਥੱਕਦਾ ਵੀ ਨਹੀਂ, ਮੁੜ ਮੁੜ ਕੇ ਸਾਡੇ ਉੱਤੇ ਮਿਹਰ ਕਰੀ ਹੀ ਜਾਂਦਾ ਹੈ ਕਿ ਪ੍ਰਾਣੀ ਤੂੰ ਮੁੜ ਆ। ਯੂ ਕਮ ਬੈਕ, ਯੂ ਨੈਵਰ ਲੇਟ। ਤੂੰ ਲੇਟ ਨਹੀਂ ਹੈ। ਉਹਦਾ ਪਿਆਰ ਤੈਨੂੰ ਉਡੀਕ ਰਿਹਾ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਟੈਕਨਾਲੋਜੀ, ਵਿਗਿਆਨਕ ਟੈਕਨਾਲੋਜੀ ਮਨ ਦੇ ਰੋਗਾਂ ਨੂੰ ਠੀਕ ਤਾਂ ਕਰਦੀ ਹੀ ਹੈ, ਕਿਉਂਕਿ ਮਨ ਦੇ ਸਾਰੇ ਰੋਗ ਸਟਰੈਸ ਦੇ ਨਾਲ, ਜਿਹਨੂੰ ਤ੍ਰਿਸ਼ਨਾ ਵੀ ਕਹਿੰਦੇ ਹਨ, ਜੁੜੇ ਹੋਏ ਹਨ। ਮਨ ਦੇ ਰੋਗ ਹੀ ਤਨ ਦੇ ਰੋਗਾਂ ਨੂੰ ਅਪਾਉਂਦੇ ਹਨ। ਜਦੋਂ ਤਨ ਦੇ ਰੋਗ ਉਪਜਦੇ ਹਨ ਤਾਂ ਇਹ ਨੈਚੁਰਲ ਬਾਡੀ ਹੈ ਜਿਹੜੀ, ਇਹ ਕੰਮ ਕਰਨਾ ਬੰਦ ਕਰ ਦਿੰਦੀ ਹੈ, ਚੱਲਣ ਤੋਂ ਸਮਰਥ ਹੋ ਜਾਂਦੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਉਹ ਇਲਾਹੀ ਸ਼ਕਤੀ ਆਪਣੇ ਪਿਆਰੇ ਸਿੱਖ ਨੂੰ ਪ੍ਰਦਾਨ ਕਰਨੀ ਚਾਹੁੰਦੇ ਹਨ, ਜਿਹਦੇ ਨਾਲ ਮਨ ਦੇ ਰੋਗ ਦੌੜ ਜਾਂਦੇ ਹਨ। ਯਕੀਨਨ ਤਨ ਦੇ ਰੋਗ ਵੀ ਨਹੀਂ ਲੱਭਦੇ, ਦੋਨੇ ਹੀ ਰੋਗ ਗਾਇਬ ਹੋ ਜਾਂਦੇ ਹਨ। ਸਰੀਰ ਨਵਾਂ ਨਰੋਆ ਸੁਹੇਲਾ ਹੋ ਜਾਂਦਾ ਹੈ। ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਪ੍ਰਭੂ ਦੇ ਨਾਲ ਜੋੜਨ ਦੇ ਲਈ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਤੂੰ ਲੇਟ ਨਹੀਂ ਹੈ, ਤੂੰ ਤਰ ਸਕਦਾ ਹੈ, ਤੂੰ ਗਵਾਚਿਆ ਨਹੀਂ, ਤੂੰ ਲੱਭ ਸਕਦਾ ਹੈ। ਤੇਰਾ ਰਾਹ ਤੇਤੋਂ ਖੁੱਸਿਆ ਨਹੀਂ, ਤੈਨੂੰ ਰਾਹ ਮੁੜ ਕੇ ਮਿਲ ਸਕਦਾ ਹੈ। ਤੇਰੇ ਅੱਗੇ ਹਨੇਰਾ ਨਹੀਂ ਆਇਆ,
ਤੈਨੂੰ ਗੁਰੂ ਪਾਤਸ਼ਾਹ ਦੀਆਂ ਬੱਤੀਆਂ ਬਚਾ ਲੈਣਗੀਆਂ। ਤੂੰ ਇੰਨਾ ਵੀ ਭਾਰਾ ਨਹੀਂ ਪਾਪਾਂ ਦੇ ਨਾਲ ਹੋਇਆ ਜਿਹੜਾ ਤਰ ਨਾ ਸਕੇ। ਤੈਨੂੰ ਗੁਰੂ ਦੇ ਪਿਆਰੇ ਗਲਵੱਖੜੀ 'ਚ ਲੈ ਕੇ ਪਾਰ ਕਰ ਸਕਦੇ ਹਨ। ਸਿਰਫ ਤੇ ਸਿਰਫ ਉਹਨਾਂ ਦਾ ਸੰਗ ਲੱਭ ਲੈ, ਗੁਰੂ ਦਾ ਸੰਗ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੰਗ। ਇੱਕ ਨੂੰ ਮੰਨ ਲੈ, ਸਿਰ ਨਵਾ ਕੇ ਵਿਚਾਰ ਕਰ ਲੈ, ਤੈਨੂੰ ਰਾਹ ਵਾਸ਼ੇ ਹੀ ਮਿਲ ਜਾਵੇਗਾ। ਵਿਚਾਰ ਦੇ ਨਾਲ ਪ੍ਰਭੂ ਤੇਰੇ ਮਨ ਦੇ ਅੰਦਰ ਹੀ ਪ੍ਰਗਟ ਹੋ ਜਾਵੇਗਾ। ਆਸਣ ਤਾਂ ਹੈ, ਤੇਰੇ ਨਾਲ ਸੰਪਰਕ ਨਹੀਂ। ਮਲਾਪ ਤਾਂ ਹੈ, ਪਰ ਤੇਰੇ ਨਾਲ ਚਰਚਾ ਵੀ ਨਹੀਂ। ਜਿੰਨੀ ਦੇਰ ਤੇਰੀ ਵਿਚਾਰ ਨਹੀਂ ਹੁੰਦੀ, ਓਨੀ ਦੇਰ ਪ੍ਰਮਾਤਮਾ ਨਾਲ ਤਕਰਾਰ ਕਿਸ ਤਰ੍ਹਾਂ ਹੋ ਸਕਦੀ ਹੈ। ਤੂੰ ਪੜ੍ਹ ਲੈ, ਸੁਣ ਲੈ, ਵਿਚਾਰ ਲੈ, ਤੇ ਫਿਰ ਆਪਣੇ ਆਪ ਨੂੰ ਕੁਰਬਾਨ ਕਰ ਦੇ ਉਹਨਾਂ ਪਿਆਰਿਆਂ ਦੇ ਜਿਨ੍ਹਾਂ ਨੇ ਤੈਨੂੰ ਜੁਗਤ ਸਮਝਾਈ ਹੈ। ਜਿਸ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਫਰਮਾਉਂਦੇ ਹਨ, ਤਿੰਨ ਸੰਤਨ ਕੀ ਬਾਦਸ਼ੂ ਧੂਰ, ਨਾਨਕ ਕੀ ਹਰ ਲੋਚਾ ਪੂਰ। ਮੈਂ ਉਹਨਾਂ ਸਾਧੂਆਂ ਦੀ ਧੂੜ ਲੋਚਦਾ ਹਾਂ, ਲੱਭਦਾ ਹਾਂ, ਜਿਨ੍ਹਾਂ ਕਰਕੇ ਮੇਰੀਆਂ ਮੁਰਾਦਾਂ ਪੂਰੀਆਂ ਹੋ ਜਾਣ, ਮੈਨੂੰ ਸੈਟਿਸਫੈਕਸ਼ਨ ਮਿਲ ਜਾਵੇ, ਮੈਂ ਤਰ ਜਾਵਾਂ। ਮੈਂ ਦਿਨ ਰਾਤ ਉਹਨਾਂ ਨੂੰ ਲੱਭਦਾ ਫਿਰਦਾ ਹਾਂ। ਪਿਆਰਿਆ, ਜੇ ਤੇਰਾ ਗੁਰੂ ਸਮਰੱਥ ਸੁਆਮੀ ਇੰਨੀ ਨਿਮਰਤਾ ਰੱਖਦਾ ਹੈ ਤਾਂ ਤੈਨੂੰ ਕੀ? ਤੂੰ ਗੁਰੂ ਦਾ ਕਹਿਣਾ ਤਾਂ ਮੰਨਣਾ ਹੀ ਵਸ਼ ਹੈ। ਤੈਨੂੰ ਤਾਰਨ ਦੇ ਲਈ ਹੀ ਪ੍ਰੀਤਮ ਪਿਆਰੇ ਤੈਨੂੰ ਸਮਝਾ ਰਹੇ ਹਨ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਤੇ ਪਦ ਤੀਜਾ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਵਿਚਾਰਿਆ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।